ਚੰਡੀਗੜ੍ਹ ਦੇ ਵਿੱਚ ਸ਼ੁੱਕਰਵਾਰ ਨੂੰ ਲੱਗੇਗੀ ਕਿਸਾਨਾਂ ਦੀ ਕਚਹਿਰੀ। ਸਾਰੀਆਂ ਸਿਆਸੀ ਪਾਰਟੀਆਂ ਤੋਂ ਹੋਣਗੇ ਸਵਾਲ ਜਵਾਬ। ਪੰਜਾਬ ਦੀਆਂ 32 ਜਥੇਬੰਦੀਆਂ ਨੇ ਕੀਤਾ ਐਲਾਨ। ਦੂਜੇ ਦਿਨ ਵੀ ਕਰਨਾਲ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਬੈਠਕ ਰਹੀ ਬੇਸਿੱਟਾ। ਤਤਕਾਲੀ ਐਸਡੀਐਮ ਦੇ ਖਿਲਾਫ ਕਾਰਵਾਈ ਦੀ ਮੰਗ ਤੇ ਅੜੇ ਕਿਸਾਨ। ਮਿੰਨੀ ਸਕੱਤਰੇਤ ਦੇ ਬਾਹਰ ਮੋਰਚਾ ਜਾਰੀ। ਕੇਂਦਰ ਨੇ ਹਾੜੀ ਦੀਆਂ ਫਸਲਾਂ ਦਾ ਵਧਾਇਆ ਐਮਐਸਪੀ। 40 ਰੁਪਏ ਵਧਾਇਆ ਕਣਕ ਦਾ ਰੇਟ। ਸਰੋਂ ਤੇ ਮਸਰ ਦੇ ਭਾਅ ਦੇ ਵਿੱਚ 400 ਰੁਪਏ ਇਜ਼ਾਫਾ। ਕਿਸਾਨਾਂ ਤੇ ਵਿਰੋਧੀਆਂ ਨੇ ਦੱਸਿਆ ਨਾਕਾਫੀ। ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਜਾਰੀ ਰਹੇਗੀ ਹੜਤਾਲ। ਵੀਰਵਾਰ ਨੂੰ 4 ਘੰਟੇ ਦੇ ਲਈ ਬੱਸ ਅੱਡੇ ਰੱਖਣਗੇ ਬੰਦ। ਸਰਕਾਰੀ ਬੱਸਾਂ ਦੀ ਆਵਾਜਾਈ ਤੇ ਵੀ ਪਵੇਗਾ ਅਸਰ। ਵਿਵਾਦਿਤ ਟਿੱਪਣੀ ਮਾਮਲੇ ਦੇ ਵਿੱਚ ਗੁਰਦਾਸ ਮਾਨ ਨੂੰ ਝਟਕਾ। ਜਲੰਧਰ ਕੋਰਟ ਨੇ ਰੱਦ ਕੀਤੀ ਜ਼ਮਾਨਤ ਅਰਜ਼ੀ। ਵਿਵਾਦਿਤ ਟਿੱਪਣੀ ਨੂੰ ਲੈ ਕੇ ਹੋਇਆ ਹੈ ਪਰਚਾ। ਓਲੰਪਿਕ ਚੈਂਪੀਅਨਸ ਲਈ ਕੁਕਿੰਗ ਕਰਦੇ ਨਜ਼ਰ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਵਾਅਦੇ ਮੁਤਾਬਕ ਖਾਣਾ ਬਣਾ ਕੇ ਪੰਜਾਬ ਦੇ ਓਲੰਪਿਕ ਖਿਡਾਰੀਆਂ ਨੂੰ ਕਰਵਾਇਆ ਡਿਨਰ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਕਿਸਾਨਾਂ ਦੀ। ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਚਹਿਰੀ ਲਗਾਈ ਜਾਏਗੀ ਸਿਆਸੀ ਪਾਰਟੀਆਂ ਤੋਂ ਸਵਾਲ ਜਵਾਬ ਕਰਨ ਦੇ ਲਈ। ਸ਼ੁੱਕਰਵਾਰ ਨੂੰ, ਆਉਂਦੇ ਸ਼ੁੱਕਰਵਾਰ ਨੂੰ ਯਾਨੀ ਕਿ 10 ਤਰੀਕ ਨੂੰ ਇਸ ਖਬਰ ਦੇ ਨਾਲ ਹੀ ਸ਼ੁਰੂਆਤ ਕਰ ਰਹੇ ਹਾਂ। ਚੰਡੀਗੜ੍ਹ ਦੇ ਵਿੱਚ ਲੱਗੇਗੀ ਕਿਸਾਨਾਂ ਦੀ ਕਚਹਿਰੀ। ਸਿਆਸੀ ਪਾਰਟੀਆਂ ਨੂੰ ਸਿੱਧੇ ਸਵਾਲ ਜਵਾਬ ਕੀਤੇ ਜਾਣਗੇ। 10 ਸਤੰਬਰ ਯਾਨੀ ਕਿ ਸ਼ੁੱਕਰਵਾਰ ਨੂੰ ਇੱਕ ਦਿਨ ਬਾਅਦ ਚੰਡੀਗੜ੍ਹ ਦੇ ਵਿੱਚ ਕਿਸਾਨ ਕਚਹਿਰੀ ਲਗਾਉਣਗੇ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ। ਇਹ ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ। ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਓਪਨ ਲੈਟਰ ਹਾਲ ਹੀ ਦੇ ਵਿੱਚ ਲਿਖਿਆ ਗਿਆ ਸੀ ਤੇ ਦੂਜੇ ਪਾਸੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦਾ ਵਿਰੋਧ ਹੋ ਰਿਹਾ ਹੈ ਕੈਂਪੇਨਿੰਗ ਨੂੰ ਲੈ ਕੇ, ਚੋਣ ਪ੍ਰਚਾਰ ਨੂੰ ਲੈ ਕੇ, ਕਿਉਂਕਿ ਬੀਜੇਪੀ ਦੇ ਵਿਰੋਧ ਦਾ ਐਲਾਨ ਤਾਂ ਕਿਸਾਨ ਜਥੇਬੰਦੀਆਂ ਨੇ ਕੀਤਾ ਹੀ ਹੈ ਤੇ ਨਾਲ ਹੀ ਇਹ ਵੀ ਐਲਾਨ ਕੀਤਾ ਹੈ ਕਿ ਅਪੀਲ ਇੱਕ ਤਰੀਕੇ ਨਾਲ ਕੀਤੀ ਹੈ ਕਿ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਨੇ ਉਹ ਵੀ ਅਜੇ ਆਪਣੇ ਚੋਣ ਪ੍ਰਚਾਰ ਨੂੰ ਮੁਲਤਵੀ ਕਰਨ। ਤਾਂ ਉਸ ਨੂੰ ਲੈ ਕੇ ਅਕਾਲੀ ਦਲ ਨੇ ਇੱਕ ਓਪਨ ਲੈਟਰ ਲਿਖੀ ਸੀ ਤੇ ਜ਼ਿਕਰ ਕੀਤਾ ਸੀ ਕਿ ਜਿੱਥੇ ਸਮਾਂ ਤੇ ਸਥਾਨ ਦੱਸਣਗੇ ਅਸੀਂ ਆ ਕੇ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਹਾਂ। ਅਕਾਲੀ ਦਲ ਉੱਥੇ ਆ ਕੇ ਦੇਣ ਨੂੰ ਜਵਾਬ ਤਿਆਰ ਹੈ। ਤੇ ਹੁਣ 10 ਤਰੀਕ ਨੂੰ ਸ਼ੁੱਕਰਵਾਰ ਨੂੰ ਇੱਕ ਦਿਨ ਬਾਅਦ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਕਚਹਿਰੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਵਾਲ ਜਵਾਬ ਹੋਣਗੇ। दस तरीक ਨੂੰ ਚੰਡੀਗੜ੍ਹ 32 ਕਿਸਾਨ ਜਥੇਬੰਦੀਆਂ ਦਾ ਇੱਕ ਨੁਮਾਇੰਦਾ ਜਾਊਗਾ। ਉਹਦਾ ਥਾਂ ਕਿਹੜੀ ਹੋਊਗੀ, ਕਿਉਂਕਿ ਕਿਸਾਨ ਭਵਨ ਦੀ ਰੈਨੋਵੇਸ਼ਨ ਹੋ ਰਹੀ ਹੈ, ਉਹ ਕੱਲ੍ਹ ਨੂੰ ਐਲਾਨ ਕਰਾਂਗੇ। ਉਹਦੇ ਵਿੱਚ ਜਿਹੜੀਆਂ ਇਲੈਕਸ਼ਨ ਲੜਨ ਵਾਲੀਆਂ ਪਾਰਟੀਆਂ ਆ, ਰਜਿਸਟਰਡ ਪਾਰਟੀਆਂ ਆ, ਉਹਨਾਂ ਦੇ ਮੁੱਖ ਨੁਮਾਇੰਦੇ ਪ੍ਰਧਾਨ ਜਾਂ ਵੱਡਾ ਨੁਮਾਇੰਦਾ, ਜਿਹੜਾ ਸਭ ਤੋਂ ਵੱਡਾ ਨੁਮਾਇੰਦਾ ਉਹਦੇ ਵਿੱਚ ਸ਼ਾਮਲ ਹੋਵੇ। ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਜਾਂ ਉਹਨਾਂ ਨੂੰ ਚੇਤਾਵਨੀ ਵੀ ਕਰਾਂਗੇ, ਬੇਨਤੀ ਵੀ ਕਰਾਂਗੇ, ਦੋਏ ਕੰਮ ਕਰਾਂਗੇ। ਭਈ ਹਾਲੇ ਸਾਡਾ ਕਿਸਾਨਾਂ ਦਾ ਮੋਰਚਾ ਚੱਲਦਾ। ਜੇ ਇਲੈਕਸ਼ਨ ਕੈਂਪੇਨ ਹੁਣੇ ਸ਼ੁਰੂ ਹੋ ਗਈ ਤਾਂ ਉਹਦੇ ਨਾਲ ਲੋਕਾਂ ਦਾ ਧਿਆਨ ਇਲੈਕਸ਼ਨ ਵੱਲ ਹੋਊਗਾ। ਪਿੰਡ ਪਿੰਡ ਦੇ ਵਿੱਚ ਵੰਡ ਪਊਗੀ। ਹਾਲੇ ਪਿੰਡ ਇਕੱਠੇ ਆ, ਸ਼ਹਿਰ ਇਕੱਠੇ ਆ, ਉਹ ਲੋਕ ਇਕੱਠੇ ਹੋ ਕੇ ਮੋਰਚੇ ਵੱਲ ਆਉਂਦੇ ਆ। ਜਦੋਂ ਇਲੈਕਸ਼ਨ ਕੈਂਪੇਨ ਸ਼ੁਰੂ ਹੋਣੀ ਤੇ ਉਹ ਤਾਂ ਇਸ ਮੋਰਚੇ ਦੇ ਅਸਰ ਪੈਣਾ। ਉਹਨਾਂ ਨੂੰ ਕਹਾਂਗੇ ਵੀ ਇਹਨੂੰ ਪੋਸਟਪੋਨ ਕਰੋ, ਹਾਲੇ ਇਹਨੂੰ ਚਾਲੂ ਨਾ ਕਰੋ, ਕਿਉਂਕਿ ਇੰਨਾ ਲੰਬਾ ਚਿਰ ਕੈਂਪੇਨ ਕਦੇ ਨਹੀਂ ਚੱਲਦੀ ਹੁੰਦੀ। ਜਿਹੜਾ ਕੈਂਪੇਨ ਚਲਾਓ। ਫੋਨ ਲਾਈਨ ਤੇ ਇਸ ਸਮੇਂ ਸਾਡੇ ਨਾਲ ਰੁਲਦੂ ਸਿੰਘ ਮਾਨਸਾ ਜੀ ਜੁੜ ਰਹੇ ਨੇ, ਸੰਯੁਕਤ ਕਿਸਾਨ ਮੋਰਚੇ ਨੂੰ ਰਿਪਰੈਜ਼ੈਂਟ ਕਰਦੇ ਨੇ। ਰੁਲਦੂ ਜੀ, ਜਾਣਨਾ ਚਾਹਾਂਗੇ ਇਸ ਕਚਹਿਰੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਕਿੰਨੇ ਨੁਮਾਇੰਦੇ ਪਹੁੰਚਣਗੇ? ਕਿ ਸਾਰੇ ਨੁਮਾਇੰਦੇ ਉੱਥੇ ਪਹੁੰਚਣਗੇ? ਕਿੰਨੇ ਨੁਮਾਇੰਦੇ ਚੰਡੀਗੜ੍ਹ ਦੇ ਵਿੱਚ ਬੈਠਣਗੇ? ਜਿਹੜੇ ਤਾਂ ਜਥੇਬੰਦੀਆਂ ਦੇ ਪਹੁੰਚਣਗੇ ਜੀ, ਉਹ ਤਾਂ ਇੱਕ ਬੰਦਾ ਪਹੁੰਚੂਗਾ। ਜਿਵੇਂ 32 ਜਥੇਬੰਦੀਆਂ 32 ਜਾਵਾਂਗੇ, ਜਿਹੜੀਆਂ ਆਗੂ ਜਾਊਗਾ ਜੀ। ਤੇ ਸਾਨੂੰ ਚਿੱਠੀ ਕੱਢੀ ਦੀ ਅਕਾਲੀ ਦਲ ਨੇ ਵੀ ਅਸੀਂ ਮੀਟਿੰਗ ਕਰਨੀ ਚਾਹੁੰਦੇ ਹਾਂ ਜੀ। ਅਸੀਂ ਇਹ ਹਿਸਾਬ ਨਾਲ ਅੱਜ ਵਾਲੀ ਮੀਟਿੰਗ ਆਪਾਂ ਸਾਰਿਆਂ ਨੂੰ ਸੱਦ ਲੈਂਦੇ ਹਾਂ ਜੀ। ਮੇਰਾ ਕਹਿਣਾ ਉਹਨਾਂ ਨੂੰ ਵੀ ਇਹੀ ਕਿਹਾ ਵੀ ਥੋੜਾ ਸੀਨੀਅਰ ਆਗੂ ਆਵੇ, ਉਹ ਆਊਗਾ ਕੋਈ ਨਾ ਆਊਗਾ, ਉਹ ਉਹਨਾਂ ਦੀ ਮਰਜ਼ੀ ਹੈ। ਤੁਹਾਡੇ ਸਾਰੇ ਜਿਹੜੇ ਲੀਡਰ ਨੇ ਜਥੇਬੰਦੀਆਂ ਦੇ ਪ੍ਰਧਾਨ ਨੇ ਉਹੀ ਪਹੁੰਚਣਗੇ? ਪ੍ਰਧਾਨ ਜਾਊ ਜਾਂ ਜਨਰਲ ਸਕੱਤਰ ਜਾਊਗਾ, ਦੋ ਅੱਗੋਂ ਜੇ ਆਗੂ ਜਾਊਗਾ, ਦੂਜਾ ਛੋਟਾ ਆਗੂ ਨਹੀਂ ਜਾ ਸਕਦਾ। ਤੁਸੀਂ ਕੋਈ ਇਨਵੀਟੇਸ਼ਨ ਇੱਕ ਤਰੀਕੇ ਨਾਲ ਭੇਜ ਰਹੇ ਹੋ ਜਾਂ ਮੀਡੀਆ ਦੇ ਜ਼ਰੀਏ ਹੀ ਪਾਰਟੀਆਂ ਨੂੰ ਕਿਹਾ ਜਾ ਰਿਹਾ ਕਿ ਆਓ ਉੱਥੇ? ਨਾ ਅੱਜ ਕਹਿਤਾ ਜੀ, ਕਹਿਤਾ ਆਪਣਾ ਬੋਲ ਕਮੇਟੀ ਚ ਕਹਿਤਾ ਜੀ। ਹਾਂ, ਫਿਰ ਕਿਹੜੇ ਸਵਾਲ ਪੁੱਛੇ ਜਾਣੇ ਨੇ ਉਹਨਾਂ ਤੋਂ? ਸਵਾਲ ਨਹੀਂ ਪੁੱਛਣੇ, ਸਵਾਲਾਂ ਤੇ ਤਾਂ ਪੰਗਾ ਪੈ ਜਾਣਾ ਸਵਾਲ ਪੁੱਛਣ ਤੇ ਤਾਂ ਜੀ। ਅਸੀਂ ਪਹਿਲੀ ਮੀਟਿੰਗ, ਜਦੋਂ ਮੇਰੀ ਪ੍ਰਧਾਨਗੀ ਥੱਲੇ ਮੀਟਿੰਗ ਹੋਈ ਤੇ ਉਦੋਂ ਅਸੀਂ ਫੈਸਲਾ ਕਰ ਲਿਆ ਜੀ
ਵੀ 4 ਪਾਰਟੀਆਂ ਨੂੰ ਸਵਾਲ ਪੁੱਛਾਂਗੇ, ਇੱਕ ਨੂੰ ਵੜਨ ਹੀ ਨਹੀਂ ਦਿੰਦੇ। ਉਹ ਸਵਾਲ ਪੁੱਛਣ ਤੇ ਕਲੇਸ਼ ਖੜਾ ਹੋ ਗਿਆ। ਉਧਰੋਂ ਸੁਖਬੀਰ ਬਾਦਲ ਨੇ ਬਿਆਨ ਦਿੱਤਾ ਵੀ ਜੇ ਮੈਂ ਮਾੜਾ ਜਿਹਾ ਕਹਿੰਦਾ ਤੁਸੀਂ ਢਿਉਣੇ ਨਹੀਂ ਭਾਲੇ, ਉਧਰੋਂ ਫਿਰ ਸਾਨੂੰ ਬਿਆਨ ਦੇਣੇ ਪੈ ਗਏ। ਸਵਾਲਾਂ ਨੂੰ ਪਾਸੇ ਰੱਖ ਕੇ ਹੁਣ ਤਾਂ ਅਸੀਂ ਉਹਨਾਂ ਨੂੰ ਬੇਨਤੀ ਕਹਿ ਦੋ, ਚੇਤਾਵਨੀ ਕਹਿ ਦੋ ਵੀ ਭਾਈ ਤੁਸੀਂ ਜਿੰਨਾ ਚਿਰ ਐਲਾਨ ਨਹੀਂ ਹੁੰਦਾ ਵੋਟਾਂ ਦਾ, ਕੋਈ ਵੋਟਾਂ ਮੰਗਣ ਨਾ ਜਾਓ। ਅੰਦੋਲਨ ਚੱਲਦਾ, ਅੰਦੋਲਨ ਚੱਲਣਾ, ਵਿੱਚ ਹਿੱਸਾ ਪਾਉਣਾ ਤੁਹਾਡੀ ਮਰਜ਼ੀ ਹੈ, ਨਾ ਪਾਉਣਾ ਤੁਹਾਡੀ ਮਰਜ਼ੀ ਹੈ, ਤੇ ਐਵੇਂ ਲੋਕਾਂ ਨੂੰ ਵੰਡੋ ਨਾ। ਨਹੀਂ, ਫਿਰ ਇਹ ਤਾਂ ਤੁਸੀਂ ਮੀਡੀਆ ਦੇ ਜ਼ਰੀਏ ਵੀ ਕਹਿ ਸਕਦੇ ਹੋ, ਪ੍ਰਧਾਨ ਨੂੰ ਸਿੱਧਾ ਮਿਲ ਕੇ ਕਹਿਣਾ, ਜਿਵੇਂ ਅਕਾਲੀ ਦਲ ਦੀ, ਆਮ ਆਦਮੀ ਪਾਰਟੀ ਦਾ ਕੋਈ ਪ੍ਰਧਾਨ ਹੋਵੇ ਜਾਂ ਕਾਂਗਰਸ ਦਾ ਹੋਵੇ, ਸਿੱਧਾ ਮਿਲ ਕੇ ਕਹਿਣਾ ਚਾਹੁੰਦੇ ਹੋ ਤੁਸੀਂ? ਸਿਰਫ ਇਹੀ ਕਹਿਣਾ ਕਿ ਆਪਣੇ ਚੋਣ ਪ੍ਰਚਾਰ ਨੂੰ ਮੁਲਤਵੀ ਕਰ ਦਿਓ ਫਿਲਹਾਲ? ਨਹੀਂ, ਸਾਡਾ ਇਹ ਵੀ ਬਹਿਸ ਹੋਈ ਸੀ ਵੀ ਕੀ ਆਪਾਂ ਨੂੰ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ, ਠੀਕ ਹੈ। ਉਹ ਫਿਰ ਵਿੱਚ ਸਾਡੀਆਂ ਵੱਧ ਗਿਣਤੀ ਹੋ ਗਈ ਵੀ ਆਪਾਂ ਨੂੰ ਮੀਟਿੰਗ ਤਾਂ ਕਰ ਲੈਣੀ ਚਾਹੀਦੀ, ਸਾਰੇ ਸਿਆਸੀ ਪਾਰਟੀਆਂ ਨਾਲ ਬਹਿ ਕੇ ਗੱਲ ਕੁਝ ਹੋਰ ਹੁੰਦੀ ਹੈ, ਮੀਡੀਆ 'ਚ ਹੋਰ ਹੁੰਦੀ ਹੈ ਵੀ ਆਹ ਸਾਡੀ ਭਾਈ ਆ ਰਹੇ। ਤਾਂ ਤੁਸੀਂ ਹੁਣ ਮਿਲੋਗੇ, ਤੁਸੀਂ ਕਹਿ ਰਹੇ ਹੋ ਕਿ ਸਾਰੇ ਪਾਰਟੀਆਂ ਦੇ ਪ੍ਰਧਾਨ ਉੱਥੇ ਪਹੁੰਚਣ? ਪ੍ਰਧਾਨ ਪਹੁੰਚ ਜਾਣ, ਕੋਈ ਉਹਨਾਂ ਸੀਨੀਅਰ ਲੀਡਰ ਪਹੁੰਚ ਜੇ, ਉਹ ਤਾਂ ਉਹਨਾਂ ਨੇ ਦੇਖਣਾ ਵੀ ਕਿਹੜਾ ਭੇਜਣਾ। ਬੀਜੇਪੀ ਵਾਲੇ ਵੀ ਸੱਦੇ? ਨਹੀਂ, ਉਹਨਾਂ ਨਾਲ ਤਾਂ ਸਾਡਾ ਸਮਾਜਿਕ ਬਾਈਕਾਟ ਹੈ। ਤੇ ਫਿਰ ਬਾਕੀ ਕਿਹੜੀਆਂ ਪਾਰਟੀਆਂ? ਅਕਾਲੀ ਦਲ ਮੇਨ ਹੈ ਕਿਉਂਕਿ ਓਪਨ ਲੈਟਰ ਅਕਾਲੀ ਦਲ ਨੇ ਲਿਖਿਆ ਸੀ। ਜਿਹੜੀਆਂ ਪਾਰਟੀਆਂ ਇਲੈਕਸ਼ਨ ਲੜਦੀਆਂ ਪੰਜਾਬ ਦੀਆਂ। ਨਹੀਂ ਰੁਲਦੂ ਜੀ, ਇਹ ਜਾਣਨਾ ਚਾਹੁੰਦੇ ਲੋਕ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਤੁਸੀਂ ਸਵਾਲ ਜਵਾਬ ਉੱਥੇ ਕੋਈ ਹੋਏਗਾ ਕਿ ਨਹੀਂ ਹੋਏਗਾ, ਜਾਂ ਸਿੱਧਾ ਤੁਸੀਂ ਉਹਨਾਂ ਨੂੰ ਬੁਲਾ ਕੇ ਕਹੋਗੇ ਕਿ ਤੁਸੀਂ ਆਪਣੇ ਚੋਣ ਪ੍ਰਚਾਰ ਨੂੰ ਮੁਲਤਵੀ ਕਰ ਦਿਓ? ਦੇਖੋ, ਜੇ ਕੋਈ ਸਵਾਲ ਉੱਠ ਖੜਾ ਪੁੱਛ ਵੀ ਸਕਦੇ ਆ, ਮੇਰਾ ਗੱਲ ਹੈ ਸਵਾਲਾਂ ਦਾ ਹੀ ਨਹੀਂ ਹੈ। ਸਵਾਲ ਤਾਂ ਕਹਿਣੀ ਉਹਨਾਂ ਨੂੰ ਵੀ ਭਾਈ ਤੁਸੀਂ ਆਪਦਾ ਚੋਣ ਪ੍ਰਚਾਰ ਕਰੋ ਬੰਦ, ਜਿੱਦਾਂ ਐਲਾਨ ਹੋ ਗਿਆ ਉਹਦੇ ਦਾ ਕਰ ਲਿਓ, ਅਸੀਂ ਕੋਈ ਹਟਾਉਂਦੇ। ਜੇ ਉਹਨਾਂ ਨੇ ਮਨਾ ਕਰਤਾ ਫਿਰ ਜਿਵੇਂ ਭਾਰਤੀ ਜਨਤਾ ਪਾਰਟੀ ਨਾਲ ਕਰੀ ਉਹਦੇ ਨਾਲ ਇੰਜੁਕਰ ਕਰਾਂਗੇ। ਮਤਲਬ ਤੁਸੀਂ ਸਿੱਧੇ ਸ਼ਬਦਾਂ ਚ ਉਹਨਾਂ ਨੂੰ ਕਹਿਣ ਜਾ ਰਹੇ ਹੋ ਕਿ ਤੁਸੀਂ ਆਪਣਾ ਚੋਣ ਪ੍ਰਚਾਰ ਬੰਦ ਕਰ ਦਿਓ, ਨਹੀਂ ਤਾਂ ਅਸੀਂ ਵਿਰੋਧ ਕਰਾਂਗੇ। ਬੰਦ ਕਰੋ, ਬੰਦ। ਤੇ ਕਦੋਂ ਤੱਕ ਬੰਦ ਰੱਖਣਾ? ਨਹੀਂ, ਸਮਾਂ ਜ਼ਿਆਦਾ ਨਹੀਂ ਹੈ ਨਾ, 117 ਹਲਕੇ। ਲੋਕਾਂ ਨੂੰ ਕੋਈ ਸੁਨੇਹਾ ਦਿੱਤਾ ਹੈ, ਸਾਡੀ ਗੱਲ ਨਹੀਂ ਲਟਾਈ ਜੀ, ਪਰ ਆਹ ਸੁਨੇਹਾ ਸਾਡਾ ਲੋਕਾਂ ਨੇ ਮੰਨਿਆ ਨਹੀਂ ਵੀ ਅਸੀਂ ਕੋਈ ਸਵਾਲ ਨਹੀਂ ਪੁੱਛਾਂਗੇ ਤਾਂ ਵੜ ਨਹੀਂ ਦਿੰਦੇ। ਫਿਰ ਲੋਕ ਇਹ ਕਹਿੰਦੇ ਨੇ, ਫਿਰ ਲੋਕਾਂ ਨੂੰ ਸਾਨੂੰ ਲੀਡਰ ਨੂੰ ਮੰਨਣੀ ਪਊ। ਨਹੀਂ ਰੁਲਦੂ ਜੀ, ਇਹ ਵੀ ਦੱਸੋ ਨਾ ਕਿ ਕਦੋਂ ਤੱਕ ਤੁਸੀਂ ਚਾਹੁੰਦੇ ਹੋ ਕਿ ਪਾਰਟੀਆਂ ਰੋਕ ਲਗਾ ਦੇਣ ਆਪਣੇ ਚੋਣ ਪ੍ਰਚਾਰ ਤੇ? ਹੁਣ ਸਤੰਬਰ ਚੱਲ ਰਿਹਾ ਹੈ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, 4-5 ਮਹੀਨੇ ਹੀ ਹੈ ਜੀ। ਨੋਟੀਫਿਕੇਸ਼ਨ ਜਾਰੀ ਹੋ ਗਿਆ ਚੋਣਾਂ ਦਾ ਜੀ, ਉੱਥੇ ਕਿ ਚਲਾ ਲੈਣਾ ਆਪਾਂ ਕਦੋਂ ਹਟਾਉਣੇ? ਨਹੀਂ, ਉਹ ਤਰਕੇ ਹੋ ਸਕਦਾ ਹਾਲਾਂਕਿ ਤੁਹਾਡੇ ਸਾਹਮਣੇ ਰੱਖਣਗੇ, ਪਰ ਜਿੰਨਾ ਸਿਆਸੀ ਪਾਰਟੀਆਂ ਨਾਲ ਅਸੀਂ ਗੱਲ ਕੀਤੀ ਹੈ ਉਹਨਾਂ ਦਾ ਤਰਕ ਤਾਂ ਇਹ ਹੈ ਕਿ ਜੇ ਹੁਣ ਜਾ ਕੇ 5 ਜਨਵਰੀ ਨੂੰ ਜਾਂ 10 ਜਨਵਰੀ ਨੂੰ ਕੋਡ ਆਫ ਕੰਡਕਟ ਲੱਗਿਆ, 20-25 ਦਿਨ ਮਿਲਣੇ ਨੇ ਚੋਣ ਪ੍ਰਚਾਰ ਵਾਸਤੇ, 117 ਹਲਕਿਆਂ 'ਚ ਵੱਡੇ ਲੀਡਰਾਂ ਦਾ ਪਹੁੰਚਣਾ ਮੁਮਕਿਨ ਨਹੀਂ ਹੋ ਸਕੇਗਾ, ਇਸ ਕਰਕੇ ਉਹ ਪਹਿਲਾਂ ਹੀ ਪ੍ਰਚਾਰ ਕਰ ਰਹੇ ਨੇ। ਸਾਰੇ ਲੀਡਰ ਇਹ ਜ਼ਮੀਨਾਂ ਦੇ ਮਾਲਕ ਨੇ, ਜ਼ਮੀਨਾਂ ਕੰਪਨੀਆਂ ਲਿਜਾ ਰਹੀਆਂ ਨੇਗੀਆਂ। ਮੇਰੀ ਗੱਲ ਸੁਣ, ਇਹ ਸੁਗਾ ਇਹ ਕਰਨ ਵੀ ਐਤਕੀ ਜਾਂਦੀ ਨਹੀਂ ਅਸੀਂ ਪਿੰਡਾਂ 'ਚ ਜੀ, ਮੰਦੇ ਖੜੇ ਕਰ ਦਾਂਗੇ ਆਹ ਪਾਰਟੀ ਦਾ ਅਸੀਂ ਅੰਦੋਲਨ ਦੇ ਨਾਲ, ਨਾਲੇ ਪਤਾ ਲੱਗ ਜੂਗਾ ਜੀ ਕਿ ਇਹਨਾਂ ਨੂੰ ਕੁਰਸੀ ਪਿਆਰੀ ਹੈ ਵੀ ਮਤਲਬ ਨਾਲ ਸਰਦਾ ਨੀਗਾ। ਲੋਕ ਕਰ ਦੇਣਗੇ ਫੈਸਲਾ ਕਿਹਨੂੰ ਵੋਟਾਂ ਪਾਉਣੀਆਂ ਨੇਗੀਆਂ ਆਪਣੇ ਜੀ। ਇਹ ਤਾਂ ਫਿਰ ਇਹਨੂੰ ਕੁਰਸੀ ਹੋ ਗਈ, ਇਹ ਤਾਂ ਨਹੀਂ ਵੀ ਸਾਡੀ ਜ਼ਮੀਨ ਜਾਂਦੀ ਹੈ। ਅੱਛਾ, ਤੁਸੀਂ ਇਹ ਦੱਸੋ, ਤੁਹਾਨੂੰ ਲੱਗਦਾ ਪੰਜਾਬ 'ਚ ਇਸ ਸਮੇਂ ਕੋਈ ਪਾਰਟੀ ਹੈ ਜਿਹੜੀ ਕਿਸਾਨਾਂ ਦੇ ਬਿਆਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪ੍ਰਚਾਰ ਨਹੀਂ ਕਰ ਰਹੀ, ਜਾਂ ਸਾਰੇ ਕਰ ਰਹੇ ਤੁਹਾਨੂੰ ਲੱਗਦਾ? ਮੇਰਾ ਖਿਆਲ ਹੈ ਹਜੇ ਤੱਕ ਕਾਂਗਰਸ ਨੇ ਸ਼ੁਰੂ ਨਹੀਂ ਕਰਿਆ ਨਾ ਪਾਰਟੀ ਨੇ ਕਰਿਆ, ਕੱਲਾ ਅਕਾਲੀ ਦਲ ਨੂੰ ਕਾਲ ਲੱਗੀ ਹੈ। ਅਕਾਲੀ ਦਲ ਨੇ ਮੁਲਤਵੀ ਕਰਤਾ, ਜੋ ਮੁਲਤਵੀ ਦਾ ਗੱਲ ਵੀ ਲੈ ਵੀ ਠੀਕ ਆ, ਚੱਲ ਮੁਲਤਵੀ ਕਰਤਾ ਜੀ। ਨਹੀਂ, ਇਹ ਸਿਰਫ ਪਿੰਡਾਂ ਤੱਕ ਹੈ ਜਾਂ ਫਿਰ ਸ਼ਹਿਰਾਂ ਦੇ ਵਿੱਚ ਵੀ ਤੁਸੀਂ ਕਹਿ ਰਹੇ ਹੋ ਕਿ ਮੁਲਤਵੀ ਕਰ ਦਿਓ? ਨਹੀਂ, ਅਸੀਂ ਇਹਨੂੰ ਕਹਿੰਦੇ ਪ੍ਰਚਾਰ ਹੀ ਨਾ ਕਰੋ, ਤੁਸੀਂ ਆਪਦਾ ਘਰੇ ਬੈਠੋ, ਉਹ ਕਰੋ ਕੰਮ ਆਪਦਾ, ਕੋਈ ਸਮਝ ਲੈ ਮੀਟਿੰਗ ਸੱਦਣੀ ਹੈ ਜਿੱਥੇ ਇਹਨਾਂ ਦਾ ਕੋਈ ਆਪਦਾ ਕਿਸੇ ਦਫ਼ਤਰ ਦਾ ਸੱਦ ਲਓ ਮਾੜੀ ਮੋਟੀ। ਨਹੀਂ, ਸਿਆਸੀ ਆਗੂ ਵਿਹਲੇ ਤਾਂ ਨਹੀਂ ਬੈਠਣਗੇ, ਕੁਝ ਨਾ ਕੁਝ ਤਾਂ ਕਰਨਗੇ, ਘਰੇ ਤਾਂ ਨਹੀਂ ਬੈਠ ਸਕਦੇ, ਤੁਹਾਨੂੰ ਵੀ ਪਤਾ। ਨਹੀਂ ਵਿਹਲੇ ਬਹਿੰਦੇ ਐ ਕਰੇ, ਕਾਲੀ ਇੱਕ ਸੜਕ ਰੋਕ ਲਿਆ ਕੇ ਦਿੱਲੀ ਪਹਿਲਾਂ ਨੂੰ ਨਹੀਂ ਵੀ ਆਉਂਦੀ, ਇੱਕ ਕਾਂਗਰਸ ਰੋਕ ਲੈ, ਕਾਮ ਰੋਕ ਲੈ, ਨਾਲੇ ਅੰਦੋਲਨ ਜਿੱਤਿਆ ਜਾਊ ਜੀ। ਜੇ ਵਿਹਲੇ ਨਹੀਂ ਬੈਠਣਾ, ਕੰਮ ਤਾਂ ਲਾ ਦੇਣਾ ਉਹਨੂੰ, ਨਹੀਂ ਲੱਗਣਾ। ਅੱਛਾ, ਜੇ ਬੀਜੇਪੀ ਵਾਲੇ ਵੀ ਉੱਥੇ ਆ ਗਏ ਚੰਡੀਗੜ੍ਹ, ਫੇਰ ਉਹ ਵੀ ਤਾਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ? ਨਹੀਂ, ਉਹਨਾਂ ਨੂੰ ਮੇਰੇ ਜਿੱਥੋਂ ਤੱਕ ਮੇਰੀ ਸਮਝ ਆ ਉਹਨਾਂ ਨੂੰ ਮੀਟਿੰਗ 'ਚ ਨਹੀਂ ਬੈਠਣ ਦੇਵਾਂਗੇ। ਚਲੋ ਸ਼ੁਕਰੀਆ ਰੁਲਦੂ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਰੁਲਦੂ ਸਿੰਘ ਮਾਨਸਾ ਨੇ ਤਫਸੀਲ ਦੇ ਨਾਲ ਦੱਸ ਦਿੱਤਾ ਕਿ 10 ਤਰੀਕ ਨੂੰ ਸੱਦੀ ਗਈ ਮੀਟਿੰਗ ਦਾ ਮੋਟਿਵ ਕੀ ਹੈ, ਮਕਸਦ ਕੀ ਹੈ। ਤਾਂ ਇੱਕ ਤਾਂ ਗੱਲ ਕਹਿ ਰਹੇ ਨੇ ਕਿ 32 ਕਿਸਾਨ ਜਥੇਬੰਦੀਆਂ ਦਾ ਇੱਕ ਨੁਮਾਇੰਦਾ ਪਹੁੰਚੇਗਾ ਚੰਡੀਗੜ੍ਹ, ਤੇ 32 ਜਥੇਬੰਦੀਆਂ ਦੇ ਜਾਂ ਤਾਂ ਪ੍ਰਧਾਨ ਹੋਣਗੇ ਜਾਂ ਫਿਰ ਜਨਰਲ ਸਕੱਤਰ ਉੱਥੇ ਪਹੁੰਚਣਗੇ, ਜਿਹੜੇ ਸਿਆਸੀ ਪਾਰਟੀਆਂ ਨਾਲ ਗੱਲਬਾਤ ਕਰਨਗੇ। ਜਿਵੇਂ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਜਾਂ ਜਨਰਲ ਸਕੱਤਰ ਨੇ, ਤਾਂ ਉਹ ਵੀ ਕਹਿ ਰਹੇ ਨੇ ਕਿ ਸਾਹਮਣੇ ਵੀ ਫਿਰ ਪਾਰਟੀ ਦਾ ਕੋਈ ਪ੍ਰਧਾਨ ਪਹੁੰਚੇ ਉੱਥੇ, ਜਿਵੇਂ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਜਾਂ ਫਿਰ ਪਾਰਟੀ ਦਾ ਕੋਈ ਵੱਡਾ
ਮੌਤਬਰ ਲੀਡਰ ਉੱਥੇ ਪਹੁੰਚੇ, ਵੱਡਾ ਲੀਡਰ ਉੱਥੇ ਪਹੁੰਚੇ ਜਿਹੜਾ ਕਿਸਾਨਾਂ ਦੇ ਨਾਲ ਗੱਲ ਕਰ ਸਕੇ। ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਵਾਈਸ ਪ੍ਰੈਜ਼ੀਡੈਂਟ ਹੋਵੇ ਜਾਂ ਜਨਰਲ ਸਕੱਤਰ ਹੋਵੇ ਜਾਂ ਜਿਹੜੇ ਵੀ ਵੱਡੇ ਲੀਡਰ ਚਿਹਰੇ ਹੈਗੇ ਨੇ। ਅਪੀਲ ਇਹ ਵੀ ਹੈ ਕਿ ਸਾਰੇ ਪਹੁੰਚਣ। ਬੀਜੇਪੀ ਨੂੰ ਕਹਿ ਰਹੇ ਨੇ ਕਿ ਬੀਜੇਪੀ ਨੂੰ ਨਹੀਂ ਅਸੀਂ ਸੱਦ ਰਹੇ, ਤੇ ਦੂਜੇ ਪਾਸੇ ਰੁਲਦੂ ਸਿੰਘ ਮਾਨਸਾ ਇਹ ਵੀ ਕਲੀਅਰ ਕਰ ਗਏ ਕਿ ਅਸੀਂ ਤਾਂ ਉਹਨਾਂ ਨੂੰ ਬੁਲਾ ਕੇ ਇੱਕੋ ਸੁਨੇਹਾ ਦੇਣਾ ਕਿ ਤੁਸੀਂ ਆਪਣੇ ਪ੍ਰੋਗਰਾਮ ਮੁਲਤਵੀ ਕਰ ਦਿਓ, ਚੋਣ ਪ੍ਰਚਾਰ ਨਾ ਕਰੋ। ਜਦੋਂ ਨੋਟੀਫਿਕੇਸ਼ਨ ਹੋ ਗਿਆ, ਚੋਣ ਜ਼ਾਬਤਾ ਲੱਗ ਗਿਆ ਪੰਜਾਬ ਦੇ ਵਿੱਚ, ਉਸ ਤੋਂ ਬਾਅਦ ਫਿਰ ਚੋਣ ਪ੍ਰਚਾਰ ਕਰਿਓ। ਤੇ ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਗੱਲ ਨਹੀਂ ਮੰਨੀ ਜਾਂਦੀ ਤਾਂ ਫਿਰ ਬੀਜੇਪੀ ਦੀ ਤਰ੍ਹਾਂ ਪੰਜਾਬ ਦੇ ਵਿੱਚ ਅਸੀਂ ਵਿਰੋਧ ਕਰਾਂਗੇ, ਸਾਰੀਆਂ ਸਿਆਸੀ ਪਾਰਟੀਆਂ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਘੱਟੋ ਘੱਟ ਸਮਰਥਨ ਮੁੱਲ ਦੀ, MSP ਦੀ। ਜੀ ਹਾਂ, ਕਿਸਾਨੀ ਅੰਦੋਲਨ ਦੇ ਵਿਚਾਲੇ ਕੇਂਦਰ ਨੇ ਹਾੜੀ ਸੀਜ਼ਨ ਦੀਆਂ 6 ਫਸਲਾਂ ਦੇ MSP ਦੇ ਵਿੱਚ ਇਜ਼ਾਫਾ ਕਰ ਦਿੱਤਾ ਹੈ। ਕਣਕ ਦੇ ਰੇਟ ਦੇ ਵਿੱਚ 40 ਰੁਪਏ ਪ੍ਰਤੀ ਕੁਇੰਟਲ ਦਾ ਇਜ਼ਾਫਾ ਕੀਤਾ ਗਿਆ ਤੇ ਇਸ ਨੂੰ ਨਾਕਾਫੀ ਕਿਸਾਨ ਵੀ ਦੱਸ ਰਹੇ ਨੇ ਤੇ ਸਰਕਾਰ ਦੀਆਂ ਵਿਰੋਧੀ ਧਿਰਾਂ ਵੀ। ਕਿਸਾਨੀ ਅੰਦੋਲਨ ਦੇ ਵਿਚਾਲੇ ਕੇਂਦਰ ਨੇ ਹਾੜੀ ਸੀਜ਼ਨ ਦੀਆਂ 6 ਫਸਲਾਂ ਦੇ MSP ਦੇ ਵਿੱਚ ਇਜ਼ਾਫਾ ਕਰ ਦਿੱਤਾ ਹੈ। ਚਾਹੇ ਕਣਕ ਹੋਵੇ, ਸਰੋਂ, ਮਸਰ, ਛੋਲੇ ਜਾਂ ਫਿਰ ਹੋਰ ਹਾੜੀ ਦੀਆਂ ਫਸਲਾਂ, ਕੇਂਦਰ ਨੇ ਕੀਮਤਾਂ ਦੇ ਵਿੱਚ ਇਜ਼ਾਫਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਵਿੱਚ ਕੇਂਦਰੀ ਕੈਬਨਿਟ ਦੀ बैठक 'ਚ फैसला होया और इसका लाभ किसानों को मिलेगा। सामान्य तौर पर आप सब ने अनुभव किया होगा कि कुछ लोग ऐसा भ्रम फैलाने की कोशिश करते हैं कि MSP समाप्त हो जाएगी, लेकिन प्रधानमंत्री नरेंद्र मोदी जी की किसानों के प्रति प्रतिबद्धता है और हमेशा रहेगी। प्रधानमंत्री जी ने आश्वस्त किया है MSP थी, है और रहेगी। और लगातार कृषि सुधार कानून आने के बाद भी MSP की दर बढ़ रही है, उत्पादन बढ़ रहा है और MSP पर खरीद बढ़ रही है। इसमें किसी के मन में कोई शंका नहीं होनी चाहिए। ਹੁਣ ਤੁਹਾਨੂੰ ਦੱਸਾਂਗੇ ਕਿ ਕਿਹੜੀ ਫਸਲ ਦੇ MSP 'ਚ ਕਿੰਨਾ ਵਾਧਾ ਹੋਇਆ ਹੈ। ਕਣਕ ਦੇ MSP 'ਚ 40 ਰੁਪਏ ਦਾ ਵਾਧਾ ਹੋਇਆ ਹੈ। 1975 ਰੁਪਏ ਤੋਂ ਰੇਟ ਹੁਣ 2015 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਜੌਂ ਪਹਿਲਾਂ 1600 ਰੁਪਏ ਪ੍ਰਤੀ ਕੁਇੰਟਲ ਮਿਲਦੇ ਸਨ, 35 ਰੁਪਏ ਦੇ ਇਜ਼ਾਫੇ ਦੇ ਨਾਲ 1635 ਰੁਪਏ ਕੁਇੰਟਲ ਹੋ ਚੁੱਕੇ ਨੇ। ਉੱਥੇ ਛੋਲਿਆਂ ਦੇ ਭਾਅ ਦੇ ਵਿੱਚ 130 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪਹਿਲਾਂ 5100 ਰੁਪਏ ਪ੍ਰਤੀ ਕੁਇੰਟਲ ਸੀ ਤੇ ਹੁਣ ਭਾਅ 5230 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਮਸਰ ਵੀ ਪਹਿਲਾਂ 5100 ਰੁਪਏ ਪ੍ਰਤੀ ਕੁਇੰਟਲ ਸੀ, ਹੁਣ 400 ਰੁਪਏ ਦੇ ਵਾਧੇ ਦੇ ਨਾਲ MSP 5500 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਸਰੋਂ ਦੀ ਪਹਿਲਾਂ ਕੀਮਤ 4650 ਰੁਪਏ ਪ੍ਰਤੀ ਕੁਇੰਟਲ ਸੀ, 400 ਰੁਪਏ ਦੇ ਇਜ਼ਾਫੇ ਦੇ ਨਾਲ 5050 ਰੁਪਏ ਹੋ ਚੁੱਕੀ ਹੈ। ਸੂਰਜਮੁਖੀ ਦੀ ਕੀਮਤ ਦੇ ਵਿੱਚ 114 ਰੁਪਏ ਵਾਧਾ ਕੀਤਾ ਗਿਆ ਹੈ। ਪਹਿਲਾਂ MSP 5327 ਰੁਪਏ ਸੀ ਤੇ ਹੁਣ 5441 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਉਧਰ ਕਿਸਾਨਾਂ ਨੇ ਇਸ ਵਾਧੇ ਨੂੰ ਨਾਕਾਫੀ ਦੱਸਿਆ, ਮੰਗਿਆ ਕਿ ਜੇ ਵਾਧਾ ਕਰਨਾ ਹੀ ਸੀ ਤਾਂ ਸਵਾਮੀਨਾਥਨ ਰਿਪੋਰਟ ਮੁਤਾਬਕ ਕੀਤਾ ਜਾਵੇ। ਬਹੁਤ ਘੱਟ ਰੇਟ ਹੈ, ਇਹਨੂੰ ਰੱਦ ਕਰਦੇ ਆ। ਜੇ ਕੇਂਦਰ ਸਰਕਾਰ ਨੇ ਵਾਧਾ ਕਰਨਾ ਤਾਂ ਉਹ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਵਿੱਚ 50% ਮੁਨਾਫਾ ਜੋੜ ਕੇ C2 ਦੇ ਫਾਰਮੂਲੇ ਅਨੁਸਾਰ ਦਿੱਤਾ ਜਾਵੇ। ਕੇਂਦਰ ਦੇ ਵੱਲੋਂ ਕੀਤੇ ਵਾਅਦੇ ਨੂੰ ਕਿਸਾਨ ਤੇ ਵਿਰੋਧੀ ਧਿਰ ਬਹੁਤ ਘੱਟ ਦੱਸ ਰਹੀਆਂ ਨੇ। ਕਿਸਾਨ ਸਵਾਮੀਨਾਥਨ ਰਿਪੋਰਟ ਦੇ ਆਧਾਰ ਤੇ ਵਾਅਦੇ ਦੀ ਮੰਗ ਕਰ ਰਹੇ ਨੇ। ਰੋਹਿਤ ਬੰਸਲ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਕਿਸਾਨਾਂ ਦੇ ਨਾਲ ਵਿਰੋਧੀਆਂ ਦੇ ਵੱਲੋਂ ਵੀ MSP ਦੇ ਵਿੱਚ ਕੀਤੇ ਗਏ ਇਜ਼ਾਫੇ ਨੂੰ ਨਾਕਾਫੀ ਦੱਸਿਆ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਇਸ ਫੈਸਲੇ ਦਾ ਜੋ ਹਾੜੀ ਦੀਆਂ ਫਸਲਾਂ ਦੇ ਰੇਟ ਵਧਾਏ ਗਏ ਨੇ, MSP ਵਧਾਇਆ ਗਿਆ, ਉਸ ਦੇ ਉੱਤੇ ਕੀ ਕੁਝ ਬਿਆਨ ਸਾਹਮਣੇ ਆ ਰਹੇ ਨੇ, ਉਹ ਤੁਹਾਨੂੰ ਸੁਣਾਵਾਂਗੇ। ਤੁਸੀਂ ਰੇਟ ਜਿਹੜਾ ਉਹ ਕਣਕ ਦਾ ਵਧਾਇਆ ਤੇ ਤੁਸੀਂ ਇਨਪੁਟ ਕਾਸਟਾਂ ਦੇਖੋ ਕਿ ਉਹਦੀ ਕੀਮਤ ਕਿੰਨੀ ਵੱਧ ਗਈ ਹੈ। DAP ਖਾਦ ਦੀ ਕੀਮਤ ਕਿੰਨੀ ਵੱਧ ਗਈ ਹੈ। ਡੀਜ਼ਲ ਜਿਹੜਾ ਇਸ ਵੇਲੇ ਅਸਮਾਨਾਂ ਨੂੰ ਛੂਹ ਰਿਹਾ। ਇਸ ਕਰਕੇ ਇਨਪੁਟ ਕਾਸਟ, ਬਾਕੀ ਸਾਰੀਆਂ ਚੀਜ਼ਾਂ ਦੀ ਕਾਸਟ ਉਹ ਤੁਸੀਂ ਇਕੱਠੀ ਕਰੋ ਤੇ ਇਹ ਜਿਹੜੇ 40 ਰੁਪਏ ਆ ਉਹਦੇ ਸਾਹਮਣੇ ਬਿਲਕੁਲ ਨੈਗਲੀਜੀਬਲ। ਇਸ ਕਰਕੇ ਮੈਂ ਮੰਗ ਕਰਦਾ ਕਿ ਜੋ ਤੁਸੀਂ ਕਿਸਾਨਾਂ ਨੂੰ ਟੈਲੀਵਿਜ਼ਨਾਂ ਤੇ ਕਹਿੰਦੇ ਹੋ ਉਹਦੀ ਲਾਗਤ ਦੇ ਉੱਤੇ 50% ਪ੍ਰੋਫਿਟ ਦੇਣਾ, ਇਹ ਕਿਤੇ ਵੀ ਉਹਦੇ ਨੇੜੇ ਤੇੜੇ ਨਹੀਂ ਖੜਦਾ। ਇਸ ਕਰਕੇ ਮੈਂ ਸਮਝਦਾ ਕਿ ਕੇਂਦਰ ਸਰਕਾਰ 2% ਕਣਕ ਦੇ MSP 'ਚ ਵਾਧਾ ਕਰਕੇ ਮੋਦੀ ਸਰਕਾਰ ਆਪਦੀ ਪਿੱਠ ਥਪਥਪਾ ਰਹੀ ਆ ਵੀ ਅਸੀਂ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਤੀ। ਉਹ ਭਲਿਓ ਮਾਨਸੋ, 22% ਤਾਂ ਤੁਸੀਂ ਡੀਜ਼ਲ ਵਧਾਤਾ,
ਤੇ ਜਿਹੜੇ ਵਿੱਚ ਖਾਦਾਂ ਪੈਂਦੀਆਂ ਜਾਂ ਪੈਸਟੀਸਾਈਡ ਪੈਂਦੇ ਆ, ਇਨਸੈਕਟੀਸਾਈਡ ਪੈਂਦੇ ਆ, ਉਹ ਕਈ ਗੁਣਾ ਵਧਾਤੇ ਤੁਸੀਂ, ਉਹਨਾਂ ਨੂੰ ਕੌਣ ਅਕਾਊਂਟ ਫਾਰ ਕਰੂਗਾ? ਘੱਟੋ ਘੱਟ 200 ਰੁਪਏ ਕੁਇੰਟਲ ਮਗਰ ਕਣਕ ਦਾ MSP ਵਧਣਾ ਚਾਹੀਦਾ। 40 ਰੁਪਈਆਂ ਨਾਲ ਗੱਲ ਨਹੀਂ ਬਣਨੀ ਮੋਦੀ ਸਾਹਿਬ। ਤਾਂ MSP ਦਾ ਜਿਹੜਾ ਇਜ਼ਾਫਾ ਕੀਤਾ ਗਿਆ ਉਸ ਨੂੰ ਨਾਕਾਫੀ ਵਿਰੋਧੀ ਦੱਸ ਰਹੇ ਨੇ। ਇਸ ਸਭ ਦੇ ਵਿਚਾਲੇ ਕਿਸਾਨ ਅੰਦੋਲਨ ਵਿਚਾਲੇ BJP ਨੇ ਪੰਜਾਬ ਦੇ ਵਿੱਚ ਪਾਰਟੀ ਦੀ ਚੋਣ ਕੈਂਪੇਨ ਨੂੰ ਧਾਰ ਦੇਣ ਦੇ ਲਈ ਚੋਣ ਇੰਚਾਰਜ ਤੈਨਾਤ ਕਰ ਦਿੱਤੇ ਨੇ। ਪੰਜਾਬ ਵਿਧਾਨ ਸਭਾ ਚੋਣਾਂ ਤੋਂ 5 ਮਹੀਨੇ ਪਹਿਲਾਂ BJP ਦੀ ਕੇਂਦਰੀ ਲੀਡਰਸ਼ਿਪ ਸੂਬੇ ਅੰਦਰ ਪਾਰਟੀ 'ਚ ਨਵੀਂ ਜਾਨ ਫੂਕਣ ਦੀ ਤਿਆਰੀ ਦੇ ਵਿੱਚ ਹੈ। ਪਾਰਟੀ ਦੀ ਚੋਣ ਕੈਂਪੇਨ ਦੀ ਜ਼ਿੰਮੇਵਾਰੀ ਹਾਈਕਮਾਨ ਨੇ ਆਪਣੇ ਕੇਂਦਰੀ ਮੰਤਰੀਆਂ ਤੇ ਤਜਰਬੇਕਾਰ ਲੋਕਾਂ ਨੂੰ ਸੌਂਪ ਦਿੱਤੀ ਹੈ। ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਨੂੰ ਪੰਜਾਬ ਦੇ ਲਈ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ। ਉਹਨਾਂ ਦੀ ਮਦਦ ਲਈ 3 ਇੰਚਾਰਜ ਵੀ ਲਾਏ ਗਏ ਨੇ, ਜਿਨ੍ਹਾਂ ਦੇ ਵਿੱਚ ਕੇਂਦਰੀ ਮੰਤਰੀ ਹਰਦੀਪ ਪੁਰੀ, ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਤੇ ਲੋਕ ਸਭਾ ਮੈਂਬਰ ਵਿਨੋਦ ਚਾਵੜਾ ਦਾ ਨਾਂ ਸ਼ਾਮਿਲ ਹੈ। BJP ਨੇ ਆਪਣੀ ਮਜ਼ਬੂਤ ਕੇਂਦਰੀ ਟੀਮ ਉਤਾਰ ਕੇ ਕਿਸਾਨ ਅੰਦੋਲਨ ਦਾ ਮੁੱਢ ਬਣੇ ਪੰਜਾਬ ਦੇ ਲਈ ਆਪਣੀਆਂ ਤਿਆਰੀਆਂ ਦਾ ਸੰਕੇਤ ਦੇ ਦਿੱਤਾ। 3 ਕੇਂਦਰੀ ਮੰਤਰੀਆਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪ ਕੇ ਪਾਰਟੀ ਇਹ ਦੱਸਣ ਦੀ ਕੋਸ਼ਿਸ਼ 'ਚ ਹੈ ਕਿ ਪੰਜਾਬ 'ਚ ਪੂਰੀ ਮਜ਼ਬੂਤੀ ਦੇ ਨਾਲ ਚੋਣ ਲੜਨ ਜਾ ਰਹੀ ਹੈ। ਕੇਂਦਰ ਦੀ ਸੱਤਾ 'ਚ ਹੋਣਾ ਪੰਜਾਬ ਲਈ ਪਲੱਸ ਪੁਆਇੰਟ ਹੈ, ਪਰ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਲੜਿਆ ਜਾ ਰਿਹਾ ਕਿਸਾਨੀ ਅੰਦੋਲਨ BJP ਲਈ ਸਭ ਤੋਂ ਵੱਡੀ ਚੁਣੌਤੀ ਵੀ ਹੈ। ਪੰਜਾਬ ਦੀ ਲੋਕਲ ਲੀਡਰਸ਼ਿਪ ਲਈ ਲੋਕਾਂ 'ਚ ਜਾ ਕੇ ਪਾਰਟੀ ਦਾ ਪ੍ਰਚਾਰ ਕਰਨਾ ਵੀ ਇਸ ਵਕਤ ਮੁਸ਼ਕਿਲ ਹੋਇਆ ਪਿਆ। ਅਜਿਹੀ ਕੇਂਦਰੀ ਟੀਮ ਅੱਗੇ ਇਹਨਾਂ ਹਾਲਾਤਾਂ ਦੇ ਨਾਲ ਨਜਿੱਠਣਾ ਤੇ ਪਾਰਟੀ ਦੇ ਹੱਕ 'ਚ ਮਾਹੌਲ ਸਿਰਜਣਾ ਇੱਕ ਵੱਡਾ ਟੀਚਾ ਹੈ। ਡੈਸਕ ਤੋਂ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਤੇ ਗੱਲ ਹੋਵੇਗੀ ਗੁਰਦਾਸ ਮਾਨ ਦੀ। ਅਦਾਲਤ ਨੇ ਗੁਰਦਾਸ ਮਾਨ ਨੂੰ ਝਟਕਾ ਦਿੰਦੇ ਹੋਏ ਜ਼ਮਾਨਤ ਅਰਜ਼ੀ ਗੁਰਦਾਸ ਮਾਨ ਦੀ ਰੱਦ ਕਰ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਗ੍ਰਿਫਤਾਰੀ ਦੀ ਵੀ ਤਲਵਾਰ ਗੁਰਦਾਸ ਮਾਨ ਤੇ ਲਟਕ ਰਹੀ ਹੈ। ਗੁਰੂ ਅਮਰਦਾਸ ਜੀ ਬਾਰੇ ਵਿਵਾਦਿਤ ਟਿੱਪਣੀ ਕਰਨ ਦੇ ਬਾਅਦ ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਹੁਣ ਅਦਾਲਤ ਨੇ ਮਾਨ ਨੂੰ ਵੱਡਾ ਝਟਕਾ ਦਿੱਤਾ ਹੈ। ਸੈਸ਼ਨ ਕੋਰਟ ਨੇ ਗੁਰਦਾਸ ਮਾਨ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਗੁਰਦਾਸ ਮਾਨ ਦੇ ਵਕੀਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਦਾਲਤ ਨੇ ਪਹਿਲਾਂ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਤੇ ਅੱਜ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਕਿ ਹੁਣ ਉਹ ਹਾਈ ਕੋਰਟ ਦਾ ਰੁਖ ਕਰਨਗੇ। ਜਦ ਕੱਲ ਤੋਂ ਉਹਨਾਂ ਨੇ ਅੱਜ ਤੱਕ ਦਾ ਫੈਸਲਾ ਰੱਖਿਆ ਸੀਗਾ, ਅੱਜ ਜੱਜ ਸਾਹਿਬ ਨੇ ਇਹਨੂੰ ਡਿਸਮਿਸ ਕਰ ਦਿੱਤਾ ਵਾ। ਹੁਣ ਅਸੀਂ ਹਾਈ ਕੋਰਟ ਵੀ ਦੇਖਾਂਗੇ, ਅਪੀਲ ਆਣਗੇ ਤੇ ਆਪਾਂ ਉੱਥੇ ਵੀ ਜਾਵਾਂਗੇ। ਦੇਖੋ ਜੀ, ਇਹਦਾ ਜਿਹੜਾ ਬੇਅਰ ਐਕਟ ਦੇ ਵਿੱਚ ਲਿਖਿਆ 3 ਸਾਲ ਦੀ ਸਜ਼ਾ ਹੈ ਇਹਦੇ ਵਿੱਚ। ਬਾਕੀ ਨਾਨ ਅਵੇਲੇਬਲ ਫੈਂਸ ਹੈਗਾ ਤਾਂ ਇੱਥੋਂ ਡਿਸਮਿਸ ਹੋ ਗਈ ਆ ਤੇ ਹਾਈ ਕੋਰਟ ਜਾਣਗੇ ਉਹ, ਤੇ ਆਪਾਂ ਹਾਈ ਕੋਰਟ ਵੀ ਆਪਣੀ ਕੋਸ਼ਿਸ਼ ਜ਼ਰੂਰ ਕਰਾਂਗੇ ਜੀ। ਬਾਕੀ ਜੋ ਵੀ ਅਦਾਲਤ ਦਾ ਫੈਸਲਾ ਉਹ ਸਾਨੂੰ ਮਨਜ਼ੂਰ ਹੈ। ਉਧਰ ਵਕੀਲ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਜ਼ਮਾਨਤ ਅਰਜ਼ੀ ਰੱਦ ਹੋਣ ਦੇ ਬਾਅਦ ਹੁਣ ਪੁਲਿਸ ਕਿਸੇ ਵੀ ਸਮੇਂ ਗੁਰਦਾਸ ਮਾਨ ਨੂੰ ਗ੍ਰਿਫਤਾਰ ਕਰ ਸਕਦੀ ਹੈ। ਆਰਗੂਮੈਂਟ ਤੋਂ ਬਾਅਦ ਅੱਜ ਫੈਸਲੇ ਵਾਸਤੇ ਰੱਖਿਆ ਗਿਆ ਸੀ, ਉਹਨੂੰ ਅੱਜ ਅਦਾਲਤ ਨੇ ਡਿਸਮਿਸ ਕਰ ਦਿੱਤਾ ਤੇ ਹੁਣ ਗੁਰਦਾਸ ਮਾਨ ਦੀ ਗ੍ਰਿਫਤਾਰੀ ਦਾ ਰਾਹ ਖੁੱਲ੍ਹਾ। ਪੁਲਿਸ ਉਹਨੂੰ ਕਿਸੇ ਸਮੇਂ ਵੀ ਗ੍ਰਿਫਤਾਰ ਕਰ ਸਕਦੀ ਹੈ, ਜਦ ਕਿ ਇਸ ਤੋਂ ਪਹਿਲਾਂ ਵੀ ਕਿਸੇ ਪ੍ਰਕਾਰ ਦਾ ਕੋਈ ਸਟੇ ਨਹੀਂ ਸੀਗਾ। ਪੁਲਿਸ ਉਦੋਂ ਵੀ ਉਹਨੂੰ ਗ੍ਰਿਫਤਾਰ ਕਰ ਸਕਦੀ ਸੀਗੀ, ਲੇਕਿਨ ਉਹਨਾਂ ਨੂੰ ਉਹਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਜਾ ਰਿਹਾ। ਤੇ ਹੁਣ ਜੋ ਸ਼ਿਕਾਇਤ ਪੱਖ ਨੇ ਜਾਂ ਜੋ ਕੰਪਲੇਂਟ ਨੇ ਸਾਰਿਆਂ ਦੀ ਮੰਗ ਹੈ, ਜੋ ਕਾਨੂੰਨ ਮੁਤਾਬਕ ਉਹਦੀ ਗ੍ਰਿਫਤਾਰੀ ਕੀਤੀ ਜਾ ਸਕਦੀ, ਉਹਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ। ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ਨੇ ਗੁਰੂ ਅਮਰਦਾਸ ਜੀ ਬਾਰੇ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਦੇ ਬਾਅਦ ਸਿੱਖ ਜਥੇਬੰਦੀਆਂ ਮਾਨ ਦੇ ਵਿਰੋਧ ਦੇ ਵਿੱਚ ਨਿੱਤਰ ਆਈਆਂ। ਜਦੋਂ ਮਾਮਲਾ ਜ਼ਿਆਦਾ ਭਖਿਆ ਤਾਂ ਮਾਨ ਦੇ ਖਿਲਾਫ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰਕੇ ਮਾਨ ਨੂੰ ਇੱਕ ਹੋਰ ਝਟਕਾ ਦੇ ਦਿੱਤਾ ਹੈ। ਜਲੰਧਰ ਤੋਂ ਸੁਰਿੰਦਰ ਕੰਬੋਜ, ਨਿਊਜ਼ 18 ਪੰਜਾਬ।